सत श्री अकाल जी। मैं स्वागत सक्सेना पंजाबी खबरां वेख रहे आप सब का स्वागत करती हूँ। खबरें शुरुआत करांगे पर उस तो पहले नजर हेडलाइंस ते। खेती कानूनों ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਿੰਘੂ ਬਾਰਡਰ ਤੇ ਹੋਈ बैठक ਵਿੱਚ ਆਗੂਆਂ ਨੇ ਅੱਗੇ ਦੀ ਰਣਨੀਤੀ ਬਾਰੇ ਕੀਤੀ ਵਿਚਾਰ ਚਰਚਾ। दिल्ली ਦੀਆਂ ਸਰਹੱਦਾਂ ਤੇ किसान अंदोलन के मामले ਤੇ ਅੱਜ ਸੁਣਵਾਈ ਹੋਵੇਗੀ। ਬੀਤੇ ਦਿਨ ਅਦਾਲਤ ਨੇ ਕੇਂਦਰ ਸਮੇਤ ਪੰਜਾਬ ਤੇ ਹਰਿਆਣਾ ਨੂੰ ਜਾਰੀ ਕੀਤਾ ਸੀ ਨੋਟਿਸ। ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਪੰਜਾਬ ਦਾ ਪੁਰਾਣਾ ਵੈਰੀ। ਕਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਤੋਂ ਭੱਜ ਰਹੀ ਹੈ ਮੋਦੀ ਸਰਕਾਰ। खेती कानूनों ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਿੰਘੂ ਬਾਰਡਰ ਤੇ ਬੈਠਕ ਹੋਈ ਹੈ। ਇਸ ਬੈਠਕ ਵਿੱਚ ਆਗੂਆਂ ਵੱਲੋਂ ਅੱਗੇ ਦੇ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਕਰੀਬ 3 ਹਫ਼ਤਿਆਂ ਤੋਂ ਦਿੱਲੀ ਦੇ ਬਾਰਡਰ ਤੇ ਜਾਰੀ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਕਿਸਾਨ ਸੰਗਠਨਾਂ ਸਮੇਤ ਦੇਸ਼ ਦੇ ਕਈ ਕਿਸਾਨ ਸੰਗਠਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਉਹਨਾਂ ਕਿਹਾ ਕਿ ਜਲਦ ਹੀ ਇਸ ਦਾ ਹੱਲ ਨਿਕਲ ਜਾਵੇਗਾ। दिल्ली ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਦੇ ਮਾਮਲੇ ਤੇ ਅੱਜ ਸੁਣਵਾਈ ਹੋਵੇਗੀ। ਬੀਤੇ ਦਿਨ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ। ਪਟੀਸ਼ਨਕਰਤਾ ਵੱਲੋਂ ਸੁਪਰੀਮ ਕੋਰਟ ਵਿੱਚ ਸ਼ਾਹੀਨ ਬਾਗ ਕੇਸ ਦਾ ਹਵਾਲਾ ਦਿੱਤਾ ਗਿਆ। ਸੁਣਵਾਈ ਦੌਰਾਨ ਚੀਫ ਜਸਟਿਸ ਐਸ.ਏ. ਬੋਬੜੇ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਵਿਸ਼ਾ ਹੈ। ਜੱਜ ਨੇ ਕਿਹਾ ਕਿ ਇਸ ਮੁੱਦੇ ਨੂੰ ਸਹਿਮਤੀ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਕਿਸਾਨ ਸਮੱਸਿਆ ਸੁਲਝਾਉਣ अदालत ने किसान जथेबंदियां दे आगुआं ते सरकार नूं एक कमेटी बनाउण नूं आखिआ तां कि दोवें आपस विच मुद्दे ते चर्चा कर सकण। खेती कानूनों के विरोध में जिथे पिछले कई दिनों तो किसान दिल्ली बॉर्डर से धरना दे रहे हैं, इस अंदोलन में पंजाब के 20 के करीब किसानों की मौत भी हो चुकी है। बीती रात नाभा ब्लॉक के पिंड सहोली के पाल सिंह उम्र 72 साल की ਸਿੰਘੂ ਬਾਰਡਰ ਦਿੱਲੀ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਜਦੋਂ ਇਹ ਖਬਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਪਰਿਵਾਰ ਦਾ ਰੋ ਕੇ ਬੁਰਾ ਹਾਲ ਹੈ, ਕਿਉਂਕਿ ਕਿਸਾਨ ਕੋਲ ਸਿਰਫ 2 ਏਕੜ ਤੋਂ ਘੱਟ ਜ਼ਮੀਨ ਸੀ ਅਤੇ ਕਿਸਾਨ ਪਿਛਲੇ 5 ਦਿਨਾਂ ਤੋਂ ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਰੋਸ ਧਰਨੇ ਵਿੱਚ ਮੌਜੂਦ ਸੀ। ਮ੍ਰਿਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਉਸ ਦੇ ਮ੍ਰਿਤਕ ਸਰੀਰ ਨੂੰ ਕਿਸਾਨੀ ਝੰਡੇ ਵਿੱਚ ਲਪੇਟਿਆ ਗਿਆ। आम आदमी पार्टी पंजाब के प्रधान और संसद मैंबर भगवंत मान ने प्रधानमंत्री मोदी नूं पंजाब का पुराना वैरी दस्सिआ। उन्होंने कहा है कि पूरे देश के किसान मोदी नूं मिलण लई दिल्ली पहुंचे हुए हैं और मोदी अख बचा के गुजरात पहुंच गए हैं। मान ने कहा है कि मोदी देश में चल रहे प्रमुख मुद्दों तो भज रहे हैं। इस तरह चोणवे किसानों नाल मन घड़त बैठक करना और किसानों दी गल्लां नूं नकारना निंदणयोग है। भगवंत मान ने कहा कि प्रधानमंत्री की कहनी और करनी में हमेशा दिन रात का फर्क रहिंदा है। प्रधानमंत्री दावा करते हैं कि वो किसानों को मिलण लई 24 घंटे उपलब्ध ने, परंतु दिल्ली के बॉर्डर से खुले आसमान में 20 दिनों तो बैठे किसान नजर नहीं आ रहे। मान ने कहा है कि गुजरात में जिन्ना पंजाबी किसानों को मिलण का मोदी दावा कर रहे हैं, मुख्यमंत्री रहंदे हुए उन्हां दीयां ज़मीनां खोईयां गईयां सन। उन्होंने कहा कि मोदी शुरू होए पंजाब ते पंजाबियों को नफरत करते हैं अते उन्हां दे खिलाफ भुगते हैं। उधर श्रोमणी अकाली दल के आगू प्रोफैसर प्रेम सिंह चंदूमाजरा ने किसान अंदोलन बाबत वड्डा बयान दिता। उन्होंने कहा कि केंद्र सरकार इस मामले नूं ईगो का सवाल ना बनावे ते खेती कानून नूं वापस लवे ते किसानां ते खेती माहरां नाल गलबात करे। देखो मैं समझदा कि सरकार नूं हट छड्ड के अपना विकास का सवाल छड्ड के ईगोइज्म ते नहीं आउणा चाहिदा, बल्कि लोकां दे विकार का ध्यान रखना चाहिदा।
ਆਪਣਾ ਵਕਾਰ ਦਾਅ 'ਤੇ ਲਾ ਕੇ ਵੀ ਜੇ ਲੋਕਾਂ ਦਾ ਵਕਾਰ ਵੱਧਦਾ ਹੋਵੇ ਤਾਂ ਸਰਕਾਰ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਮਾਨਯੋਗ ਉੱਚ ਅਦਾਲਤ ਨੇ ਜਿਹੜਾ ਅੱਜ ਫੈਸਲਾ ਸੁਣਾਇਆ, ਸੁਝਾਅ ਦਿੱਤਾ ਕਿ ਕੋਈ ਉੱਚ ਮਾਹਰਾਂ ਦੀ ਕਮੇਟੀ ਬਣਾਈ ਜਾਵੇ ਜਿਹਦੇ 'ਚ ਐਗਰੀਕਲਚਰ ਐਕਸਪਰਟ ਹੋਣ, ਕਿਸਾਨਾਂ ਦੇ ਨੁਮਾਇੰਦੇ ਹੋਣ, ਵਿਦਵਾਨ ਲੋਕ ਹੋਣ, ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੋਵੇ ਕਿਸਾਨਾਂ ਦੇ ਵਿੱਚ, ਕਿਉਂਕਿ ਕਿਸਾਨ ਸੰਘਰਸ਼ ਨੂੰ ਇਸ ਥਾਂ 'ਤੇ ਪਹੁੰਚਾਉਣ ਦੇ ਵਿੱਚ ਬਹੁਤ ਸਾਰੇ ਲੇਖਕਾਂ ਦਾ, ਵਿਦਵਾਨਾਂ ਦਾ, ਮਾਹਰਾਂ ਦਾ ਇੱਕ ਅਹਿਮ ਰੋਲ ਰਿਹਾ। ਸੋ ਉਹਨਾਂ ਦੀ ਕ੍ਰੈਡੀਬਿਲਿਟੀ ਦਾ ਫਾਇਦਾ ਲੈਣਾ ਚਾਹੀਦਾ ਸਰਕਾਰ ਨੂੰ। ਔਰ ਸਰਕਾਰ ਖੁਦ ਮੰਨੀ ਬੈਠੀ ਹੈ ਕਿ ਜਿਹੜੇ ਬਣਾਏ ਕਾਨੂੰਨ ਨੇ ਖੇਤੀ ਸੰਬੰਧੀ ਉਹਨਾਂ 'ਚ ਨੁਕਸ ਰਹੇ ਨੇ, ਉਹਨਾਂ ਦੇ ਜਿਹੜੇ ਸ਼ੰਕੇ ਸੀ ਕਿਸਾਨਾਂ ਦੇ ਉਹ ਜਾਇਜ਼ ਸੀ, ਜਿਹੜੇ ਵਿਵਾਦ ਖੜੇ ਕੀਤੇ ਉਹ ਜਾਇਜ਼ ਸੀ, ਅਤੇ ਸਰਕਾਰ ਉਹ ਸ਼ੰਕੇ ਦੂਰ ਕਰਕੇ, ਵਿਵਾਦ ਖਤਮ ਕਰਕੇ ਮਤਲਬ ਨਵਾਂ ਕਾਨੂੰਨ ਬਣਾਉਣ ਦੇ ਵਿੱਚ ਹਿਚਕਿਚਾਹਟ ਨਾ ਦਿਖਾਵੇ, ਈਗੋ ਦਾ ਸਵਾਲ ਨਾ ਬਣਾਵੇ। ਔਰ ਖੇਤੀ ਮਾਹਰਾਂ ਦੀ ਜਿਹੜੀ ਹੈ, ਵਿਦਵਾਨਾਂ ਦੀ ਕਮੇਟੀ, ਕਿਸਾਨ ਨੁਮਾਇੰਦਿਆਂ ਦੀ ਕਮੇਟੀ ਜਿਹੜਾ ਸੁਝਾਅ ਦੇਵੇ ਸਰਕਾਰ ਨੂੰ ਮੰਨ ਲੈਣਾ ਚਾਹੀਦਾ। ਸੋ ਇੱਕ ਲਾਂਚਿੰਗ ਪੈਡ ਆ, ਇੱਕ ਪਲੇਟਫਾਰਮ ਤਿਆਰ ਕਰਕੇ ਕੇਂਦਰ ਉੱਚ ਅਦਾਲਤ ਨੇ ਸਰਕਾਰ ਨੂੰ ਦੱਸਿਆ ਅਤੇ ਸਰਕਾਰ ਨੂੰ ਉਹ ਵਰਤ ਲੈਣਾ ਚਾਹੀਦਾ ਮੈਂ ਸਮਝਦਾ, ਤਾਂ ਕਿ ਮਸਲੇ ਦਾ ਹੱਲ ਨਿਕਲ ਆਵੇ। ਖੇਤੀਬਾੜੀ ਕਾਨੂੰਨਾਂ ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਹਰ ਗੱਲਬਾਤ ਬੇਨਤੀਜਾ ਰਹੀ ਹੈ। ਹੁਣ ਕੇਂਦਰ ਨੇ ਕਿਸਾਨਾਂ ਨੂੰ ਮਨਾਉਣ ਲਈ ਆਪਣੇ ਮੰਤਰੀਆਂ ਨੂੰ ਸਾਹਮਣੇ ਕੀਤਾ ਹੈ। ਬੁੱਧਵਾਰ ਨੂੰ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਰਚੁਅਲ ਕਿਸਾਨ ਸੰਮੇਲਨ ਵਿੱਚ ਕਿਹਾ ਕਿ ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਕਾਨੂੰਨਾਂ ਵਿੱਚ ਸੋਧ ਦੇ ਪ੍ਰਸਤਾਵ ਸੌਂਪ ਦਿੱਤੇ ਨੇ। ਹੁਣ ਕਿਸਾਨ ਜਿੱਦ ਛੱਡ ਦੇਣ। ਚੰਡੀਗੜ੍ਹ ਵਿੱਚ ਵਰਚੁਅਲ ਕਿਸਾਨ ਸੰਮੇਲਨ ਵਿੱਚ ਹਰਦੀਪ ਸਿੰਘ ਪੁਰੀ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਕਿਸਾਨਾਂ ਨਾਲ ਲਗਭਗ 7 ਦੌਰ ਦੀ ਗੱਲਬਾਤ ਤੋਂ ਬਾਅਦ ਹੁਣ ਕੇਂਦਰੀ ਪੱਧਰ ਤੇ ਕਿਸਾਨਾਂ ਨੂੰ ਸਮਝਾਉਣ ਦੀ ਪਹਿਲ ਸ਼ੁਰੂ ਹੋ ਗਈ ਹੈ। ਇਸੇ ਪਹਿਲ ਦੇ ਅਧੀਨ ਬੁੱਧਵਾਰ ਨੂੰ ਆਯੋਜਿਤ ਕਿਸਾਨ ਸੰਮੇਲਨ ਵਿੱਚ ਕੇਂਦਰੀ ਮੰਤਰੀ ਕਿਸਾਨਾਂ ਨਾਲ ਰੂਬਰੂ ਹੋਏ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕਿਸਾਨਾਂ ਲਈ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਹੀ ਖੁੱਲ੍ਹੇ ਨੇ। किसान सम्मेलन के मौके चंडीगढ़ पहुंचे पंजाब भाजपा के प्रधान अश्विनी शर्मा ने इल्जाम लगाया कि खेती कानून वापस कराउण दी मंग दे पिछे सियासी पार्टियां दा हत्थ है। शर्मा का कहना सी कि शुरुआत दे विच किसानां दीयां मंगां सन कि MSP दी गारंटी होवे, मंडीकरण ना टुटे अते किसानां कोल अदालत जाण दा अधिकार होवे। उन्हां कहना सी कि जद सरकार ये सारियां गल्लां मन चुकी है फिर अंदोलन क्यों हो रहा है। उन्हां कहा है कि किसानां दा मुद्दा गलबात नाल हल कीता जावेगा। समूह पंजाबी वीर पंजाबी किसान ये जानते हैं कि पंजाब के अंदर जो इस अंदोलन की शुरुआत हुई और किसानों ने खेतीबाड़ी बिलों को लैके जिहड़ियां शंकावां अपनियां जाहिर कीतियां, उन्हां दे मुख्य बिंदु सी कि MSP की गारंटी मिलनी चाहिए। दूसरा सी कि मंडियां जिहड़ियां वो जथाबद्ध चलदियां रहनियां चाहिए। तीसरा सी कि SDM कोर्ट की जगह अगर कोई विवाद है तो उहदे लई न्यायालय होना चाहिए। केंद्र ने इन्हां तिन्नां शंकावां दा निवारण करन लई किसान जथेबंदियां नूं प्रस्ताव जिहड़ा बना के भेजता और खुले मन दे नाल कल भी देश के प्रधानमंत्री जी ने भी कहा, अज हरदीप पुरी जी ने भी कहा कि किसान जथेबंदियां नूं कानूनां प्रति ये जिद छड्डनी चाहिए कि कानून वापस लो। उन्होंने अगर कोई लगता है कि हुण भी कोई क्लास कोई बिंदु ऐसा है जिहड़ा किसान दे हित च नहीं है, उन्होंने टेबल ते आन दसन। किसान दे हित लई, किसान दी बेहतरी लई ये कानून आए ने। अगर कोई उहदे च कमी नज़र आती है तो सरकार उस कमी नूं दूर करने लई तैयार है। जिहड़ियां राजनीतिक पार्टियां अपना राजनीतिक स्वार्थ सिद्ध करने दे लई इस अंदोलन के राह के अंदर रोड़े अड़का रही हैं और उन्होंने राजनीतिक महत्वाकांक्षावां के कारण इन्हां सारियां चीज़ों तो अंदोलनकारी साडी जिहड़ियां यूनियन है उन्होंने सचेत रहना चाहिए, चौकन्ने रहना चाहिए। और ये अंदोलन किसानां दे लई है तो किसानां दी जे गलबात सुनी जाती है, उन्हां दीयां शंकावां दूर होंदियां ते उन्होंने इहनूं वापस लेना चाहिए। ब्रिटेन के विदेश मंत्री डोमिनिक रॉब ने प्रधानमंत्री मोदी नाल लंघे दिन मुलाकात की और उन्होंने ब्रिटिश प्रधानमंत्री बोरिस जॉनसन वालों G7 देशों की बैठक में शामिल होने का सद्दा दिता है। PM मोदी ने जॉनसन नाल हाल ही में टैलीफोन से हुई गलबात का जिक्र करते हुए कोविड महामारी के बाद की स्थिति में भारत ब्रिटेन हिस्सेदारी के महत्व पर जोर दिता है। PM मोदी ने सद्दा स्वीकार करते हुए उन्होंने धन्यवाद किया।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਨਿਯੁਕਤ ਹੋਣ ਤੇ ਵਧਾਈ ਦਿੱਤੀ ਗਈ ਹੈ ਅਤੇ ਗੁਰੂ ਬਖਸ਼ਿਸ਼ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵਿਖੇ ਸਾਬਕਾ ਅਧਿਕਾਰੀਆਂ ਨੇ ਬੀਬੀ ਜਗੀਰ ਕੌਰ ਨਾਲ ਵੀ ਬੈਠਕ ਕੀਤੀ, ਜਿਸ ਦੌਰਾਨ ਉਹਨਾਂ ਨੇ ਜੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਨੇ। ਉੱਥੇ ਹੀ ਧਰਮ ਪ੍ਰਚਾਰ ਸਮੇਤ ਸੰਸਥਾ ਦੇ ਕਾਰਜਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਅਤੇ ਸਹਿਯੋਗੀ ਬਣੇ ਰਹਿਣ ਦਾ ਭਰੋਸਾ ਦਿੱਤਾ। ਅੱਜ ਬੜੀ ਖੁਸ਼ੀ ਹੋਈ ਹੈ ਕਿ ਉਹ ਸਾਰੇ ਇੱਥੋਂ ਦੇ ਰਹਿ ਚੁੱਕੇ, ਕੋਈ ਸਕੱਤਰ ਦੀ ਪੋਸਟ 'ਤੇ, ਕੋਈ ਐਡੀਸ਼ਨਲ ਸਕੱਤਰ ਦੀ ਪੋਸਟ 'ਤੇ, ਕੋਈ ਮੈਨੇਜਰ ਸਾਹਿਬਾਨ, ਕੋਈ ਸੇਵਾਦਾਰ ਸਾਹਿਬਾਨ ਜਾਂ ਵੱਖ-ਵੱਖ ਅਹੁਦਿਆਂ 'ਤੇ ਰਹਿ ਚੁੱਕੇ ਸਾਡੇ ਕਰਮਚਾਰੀ ਜਿਹੜੇ ਫਾਰਗ ਹੋ ਚੁੱਕੇ ਹੈ। ਲੰਬੀਆਂ ਸੇਵਾਵਾਂ ਉਹਨਾਂ ਨਿਭਾਈਆਂ, 25 30 40 ਸਾਲ। ਅੱਜ ਉਹਨਾਂ ਨੇ ਆਪਣੀ ਸੰਸਥਾ ਨਾਲ ਉਹੀ ਸਨੇਹ ਰੱਖਦਿਆਂ ਹੋਇਆਂ, ਉਹੀ ਦਰਦ ਰੱਖਦਿਆਂ ਹੋਇਆਂ, ਉਹੀ ਸ਼ਰਧਾ ਰੱਖਦਿਆਂ ਹੋਇਆਂ, ਉਹੀ ਪਿਆਰ ਤੇ ਸਤਿਕਾਰ ਰੱਖਦਿਆਂ ਹੋਇਆਂ ਇੱਥੇ ਪਹੁੰਚ ਕੇ ਆਪਣੀਆਂ ਸੇਵਾਵਾਂ ਫਿਰ ਉਸੇ ਤਰ੍ਹਾਂ ਸਾਥ ਦੇਣ ਵਾਸਤੇ ਸਾਨੂੰ ਭਰੋਸਾ ਦਿੱਤਾ। ਮੈਂ ਜਿੱਥੇ ਸਾਰੇ ਪ੍ਰਧਾਨ ਸਾਹਿਬ ਜਿਹੜੀ ਇਹਨਾਂ ਨੇ ਬਣਾਈ ਹੈ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ, ਉਹਨਾਂ ਦੇ ਪ੍ਰਧਾਨ ਨੇ ਸਰਦਾਰ ਜੋਗਿੰਦਰ ਸਿੰਘ ਜੀ, ਸਾਡੇ ਰਿਟਾਇਰਡ ਐਜੂਕੇਸ਼ਨ ਦੇ ਸਕੱਤਰ ਰਹੇ ਹੈ। ਇਹ ਸਾਰੇ ਸਾਥੀ ਇਹਨਾਂ ਨੇ ਬਹੁਤ ਵੱਡਾ ਸਾਨੂੰ ਇੱਕ ਅੱਜ ਹੌਸਲਾ ਵੀ ਦਿੱਤਾ, ਇੱਕ ਤਾਕਤ ਵੀ ਦਿੱਤੀ ਹੈ, ਇੱਕ ਸ਼ਕਤੀ ਬਣ ਕੇ ਆਏ ਹੈ ਕਿ ਇਹਨਾਂ ਦੇ ਲਾਇਕ ਕੋਈ ਵੀ ਸੇਵਾ ਹੋਵੇ ਤਾਂ ਇਹ ਹਮੇਸ਼ਾ ਸਾਡੇ ਨਾਲ ਖੜੇ ਹੈ। ਮੈਂ ਸਮਝਦੀ ਹਾਂ ਕਿ ਇਸ ਤੋਂ ਵੱਡਾ ਹੋਰ ਪਿਆਰ ਕੀ ਹੋ ਸਕਦਾ ਹੈ। ਵਿਧਾਇਕ ਐਨ ਕੇ ਸ਼ਰਮਾ ਵੱਲੋਂ ਅਕਾਲੀ ਵਰਕਰਾਂ ਦੀਆਂ ਕਰੀਬ 25,000 ਵੋਟਾਂ ਕੱਟੇ ਜਾਣ ਸੰਬੰਧੀ ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ ਨੂੰ ਦਿੱਤੀ ਗਈ ਸ਼ਿਕਾਇਤ ਸੰਬੰਧੀ ਇਨਕੁਆਇਰੀ ਕਰਨ ਲਈ ਡੀਸੀ ਮੁਹਾਲੀ ਵੱਲੋਂ ਐਸਡੀਐਮ ਦਫ਼ਤਰ ਦਾ ਦੌਰਾ ਕੀਤਾ ਗਿਆ। ਉਹਨਾਂ ਮੌਕੇ ਤੇ ਮੌਜੂਦਾ ਹਲਕਾ ਵਿਧਾਇਕ ਅਤੇ ਹੋਰ ਅਕਾਲੀ ਲੀਡਰਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਵੋਟਾਂ ਨਹੀਂ ਕੱਟੀਆਂ ਜਾਣਗੀਆਂ। ਉਹਨਾਂ ਨੇ ਇਸ ਸੰਬੰਧੀ ਪੜਤਾਲ ਕੀਤੇ ਜਾਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਹਲਕੇ ਦੇ ਹਰੇਕ ਵੋਟਰ ਨੂੰ ਵੋਟ ਪਾਉਣ ਦਾ ਹੱਕ ਜ਼ਰੂਰ ਦਿੱਤਾ ਜਾਵੇਗਾ। ਇਸ ਸੰਬੰਧੀ ਰੋਸ ਪ੍ਰਗਟ ਕਰਦਿਆਂ ਹੋਇਆਂ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ ਅਤੇ ਲੋਕਾਂ ਦਾ ਵੋਟ ਪਾਉਣ ਦਾ ਹੱਕ ਵੀ ਖੋਣਾ ਚਾਹੁੰਦੀ ਹੈ। ਕਤਲ ਹੋਇਆ ਹੈਗਾ, ਮੈਂ ਕਹਿ ਸਕਦਾ ਹਾਂ। ਤੁਸੀਂ ਦੇਖੋ ਵੀ 22,000 ਵੋਟ ਜੀਰਕਪੁਰ ਡੇਰਾਬੱਸੀ ਦੀ ਲਾਲੜੂ ਦੀ ਉਹ ਕੱਟਤੀ ਹੈਗੀ, ਯਾਨੀ ਕਿਤੇ ਡਿਲੀਟ ਹੀ ਕਰਤੀ, ਟੋਟਲ ਹੈ ਹੀ ਨਹੀਂ। ਔਰ 25-30,000 ਵੋਟਾਂ ਇੱਕ ਵਾਰਡ ਦੀਆਂ ਦੂਸਰੇ ਤੀਸਰੇ ਚੌਥੇ ਦੇ, ਇੰਨੀ ਵੀ ਸ਼ਰਮ ਨਹੀਂ ਰਹੀ ਵੀ ਮੈਂ ਐਮਐਲਏ ਹਾਂ, ਮੇਰੇ ਪਰਿਵਾਰ ਦੀਆਂ ਵੋਟਾਂ ਵੀ ਚੱਕਤੀਆਂ, 12 ਸਾਡੇ ਕੌਂਸਲਰਾਂ ਦੀਆਂ ਵੋਟਾਂ ਚੱਕਤੀਆਂ। ਸੋ ਇਸ ਤਰ੍ਹਾਂ ਦਾ ਹਾਲ ਅੱਜ ਮੈਂ ਦੁਬਾਰਾ ਕੱਲ੍ਹ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਸੀਗਾ, ਡੀਸੀ ਸਾਹਿਬ ਨੂੰ ਮਿਲਿਆ, ਐਸਡੀਐਮ ਸਾਹਿਬ ਨੂੰ ਮਿਲਿਆ। ਅੱਜ ਨਵੀਂ ਲਿਸਟਾਂ ਜਿਹੜੀ ਪਬਲਿਸ਼ ਹੋਈਆਂ, ਕਹਾ ਇਲੈਕਸ਼ਨ ਕਮਿਸ਼ਨ ਹੁਣ ਕਹਿ ਰਿਹਾ ਹੈਗਾ ਵੀ 1/1/2020 ਦੇ ਹਿਸਾਬ ਨਾਲ ਲਿਸਟਾਂ ਜਿਹੜੀਆਂ ਫਾਈਨਲ ਹੋਣਗੀਆਂ, ਮਤਲਬ 1/1/2020 ਦੇ ਹਿਸਾਬ ਨਾਲ ਅੱਜ ਲਿਸਟਾਂ ਪਬਲਿਸ਼ ਹੋ ਜਾਣੀਆਂ। ਉਸ ਤੋਂ ਬਾਅਦ ਜਿਹੜੀ 15,000 ਵੋਟ 1/1/20 ਤੋਂ ਲੈ ਕੇ ਹੁਣ ਤੱਕ ਬਣੀਆਂ, ਉਹ ਜੇ ਕੋਈ ਵੋਟਰ ਆਪਣਾ ਕਲੇਮ ਦੇਏਗਾ, ਫਾਰਮ ਭਰ ਕੇ ਦੇਏਗਾ, ਉਹਦੀ ਐਡ ਹੋ ਜਾਏਗੀ, ਜੇ ਕੋਈ ਨਹੀਂ ਦੇਏਗਾ ਉਹਦੀ ਡਿਲੀਟ ਹੋ ਜਾਏਗੀ। ਅੱਜ ਮੈਂ ਡੀਸੀ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਨੂੰ ਸਬੂਤ ਦਿਖਾਏ ਵੀ ਕਿਸ ਤਰ੍ਹਾਂ ਕਿਆ ਇਹਨਾਂ ਨੇ ਕਰਿਆ ਹੈਗਾ, ਵੀ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੋ ਡੀਸੀ ਸਾਹਿਬ ਨੇ ਭਰੋਸਾ ਦਿਵਾਇਆ, ਇੱਕ ਤਾਂ ਵੀ ਇੱਕ ਵੀ ਵੋਟ ਜਿਹੜੀ ਉਹ ਡਿਲੀਟ ਨਹੀਂ ਹੋਊਗੀ, ਦੂਸਰੀ ਸਾਰੇ ਵਾਰਡਾਂ 'ਚ ਡਿਵਾਈਡ ਹੋਏਗੀ, ਤੀਸਰਾ ਜਿਹੜੇ ਤੁਸੀਂ ਕਲੇਮ ਕਰੋਗੇ ਉਹ ਸੈਟਲ ਹੋਣਗੇ। ਸੋ ਅੱਜ ਇਹਨਾਂ ਨੇ ਭਰੋਸਾ ਦਿਵਾਇਆ ਕਾਰਵਾਈ ਕਰਨ ਦਾ ਵੀ ਅਫਸਰਾਂ 'ਤੇ। ਅੱਗੇ ਦੇਖਦੇ ਹਾਂ ਹੁੰਦੀ ਹੈ ਕਿ ਨਹੀਂ ਹੁੰਦੀ। ਪਟਿਆਲਾ ਦੇ ਵਿੱਚ 24 ਘੰਟੇ ਦੌਰਾਨ ਦੂਸਰੀ ਵਾਰ ਗੋਲੀਆਂ ਚੱਲੀਆਂ, ਜਿਸ ਦੌਰਾਨ ਦੁਕਾਨਦਾਰ ਬਾਲ-ਬਾਲ ਬਚੇ। ਪੁਲਿਸ ਲਗਭਗ 3 ਘੰਟੇ ਬਾਅਦ ਪਹੁੰਚੀ, ਜਿੱਥੇ ਬੀਤੀ ਰਾਤ ਪਟਿਆਲਾ ਦੇ ਕੋਲੰਬੀਆ ਏਸ਼ੀਆ ਹਸਪਤਾਲ ਦੇ ਬਾਹਰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੌਰਾਨ ਕੁਝ ਵਿਅਕਤੀ ਜ਼ਖਮੀ ਵੀ ਹੋ ਗਏ ਸਨ। ਉੱਥੇ ਹੀ ਅੱਜ ਸਵੇਰੇ ਲਗਭਗ 7:30 ਵਜੇ ਦੇ ਕਰੀਬ ਲਹਿਲ ਇਲਾਕੇ ਵਿੱਚ ਇੱਕ ਦੁਕਾਨਦਾਰ ਉੱਪਰ ਅਣਪਛਾਤੇ ਵਿਅਕਤੀ, ਜੋ ਕਿ ਦੁਕਾਨ ਵਿੱਚ ਗਾਹਕ ਬਣ ਕੇ ਆਇਆ ਸੀ, ਸਮਾਨ ਖਰੀਦਣ ਦੇ ਬਹਾਨੇ ਉਸਨੇ ਦੁਕਾਨਦਾਰ ਉੱਪਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ 2 ਵਾਰ ਫਾਇਰ ਕਰਨ ਦੀ ਕੋਸ਼ਿਸ਼ ਤੋਂ ਬਾਅਦ ਵੀ ਫਾਇਰ ਨਾ ਹੋਏ, ਜਿਸ ਤੋਂ ਦੁਕਾਨਦਾਰ ਨੇ ਉਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਇੱਕ ਸਾਥੀ ਜੋ ਕਿ ਬਾਹਰ ਖੜਿਆ ਸੀ ਉਸ ਨਾਲ ਭੱਜ ਗਿਆ। ਦੁਕਾਨਦਾਰ ਮੁਤਾਬਕ ਉਸ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਵੀ ਨਹੀਂ ਸੀ। ਉਸ ਤੋਂ ਬਾਅਦ ਸਾਰੇ ਦੁਕਾਨਦਾਰ ਇਕੱਠੇ ਹੋ ਗਏ, ਪੁਲਿਸ ਨੂੰ ਇਸ ਦੀ ਜਾਣਕਾਰੀ ਸੌਂਪੀ ਹੈ, ਪਰ ਪੁਲਿਸ ਘਟਨਾ ਵਾਲੀ ਥਾਂ ਤੇ ਲਗਭਗ 3 ਘੰਟਿਆਂ ਬਾਅਦ ਪਹੁੰਚੀ ਅਤੇ ਅਗਲੀ ਕਾਰਵਾਈ ਸ਼ੁਰੂ ਹੈ।
ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਪਟਿਆਲਾ ਦੇ ਬਿਜਲੀ ਨਿਗਮ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹ ਆਪਣੇ ਨਾਲ ਲੋਲੀਪੌਪ ਲੈ ਕੇ ਆਏ ਸਨ ਅਤੇ ਉਹਨਾਂ ਆਖਿਆ ਕਿ ਇਸ ਵਾਰ ਉਹ ਬਿਜਲੀ ਮਹਿਕਮੇ ਵਾਲਿਆਂ ਦਾ ਲੋਲੀਪੌਪ ਨਹੀਂ ਲੈਣ ਆਏ। ਉਹਨਾਂ ਕਿਹਾ ਕਿ 2002 ਤੱਕ ਅਤੇ 2010 ਤੋਂ ਬਾਅਦ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਮਿਲਦੀਆਂ ਰਹੀਆਂ ਨੇ, ਪਰ 2002 ਤੋਂ 2010 ਦੀਆਂ ਮਿਆਦ ਦੌਰਾਨ ਉਹਨਾਂ ਨੂੰ ਨਹੀਂ, ਜਿਸ ਨੂੰ ਲੈ ਕੇ ਉਹ ਇੰਨੇ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਅੰਮ੍ਰਿਤਸਰ ਦੇ ਗਿਲਵਾਲੀ ਗੇਟ ਕੋਲ ਕੁਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਮੰਥਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਲਾਹੌਰੀ ਗੇਟ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮੰਥਨ ਮੰਗਲਵਾਰ ਰਾਤ ਨੂੰ ਗਿਲਵਾਨੀ ਗੇਟ ਸਥਿਤ ਇੱਕ ਕਮਰੇ ਵਿੱਚ ਗਿਆ ਸੀ, ਜਿੱਥੇ ਕੁਝ ਹੋਰ ਵਿਅਕਤੀ ਆ ਗਏ ਜਿਨ੍ਹਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਸਵੇਰੇ ਕਿਸੇ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ, ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੰਥਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। फिलहाल इस बुलेटिन में आना ही जानते एक नजर मारते हैं भारत के मौसम के हाल से। वैदर ब्रांडिंग पावर्ड बाय गोदत ईजी लिक्विड डिटर्जेंट।